ਮਨੁੱਖ ਨਿੰਦਾ ਸੁਣਨਾ ਚਾਹੁੰਦਾ ਹੈ, ਬਸ਼ਰਤੇ ਦੂਜੇ ਦੀ ਹੋਵੇ, ਦੁਸ਼ਮਣ ਦੀ ਹੋਵੇ। ਮਨੁੱਖ ਉਪਮਾ ਸੁਣਨਾ ਚਾਹੁੰਦਾ ਹੈ, ਬਸ਼ਰਤੇ ਆਪਣੀ ਹੋਵੇ। ਬੜੀ ਖੁਸ਼ੀ ਮਿਲਦੀ ਹੈ ਦੂਜੇ ਦੀ ਨਿੰਦਾ ਸੁਣ ਕੇ, ਬੜੀ ਖੁਸ਼ੀ ਮਿਲਦੀ ਹੈ ਆਪਣੀ ਉਪਮਾ ਸੁਣ ਕੇ। ਬਹੁਤ ਦੁੱਖ ਹੁੰਦਾ ਹੈ ਜਦ ਨਿੰਦਾ ਆਪਣੀ ਹੋਵੇ, ਬੜਾ ਦੁੱਖ ਹੁੰਦਾ ਹੈ ਜਦ ਉਪਮਾ ਦੁਸ਼ਮਣ ਦੀ ਹੋਵੇ, ਵੈਰੀ ਦੀ ਹੋਵੇ। ਬੜਾ ਦੁੱਖ ਹੁੰਦਾ ਹੈ, ਬੜਾ ਕਲੇਸ਼ ਪਹੁੰਚਦਾ ਉਹਦੀ ਉਪਮਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਸੰਸਾਰੀ ਦੇ ਇਹ ਲੱਛਣ ਨੇ ਜੋ ਦੂਜੇ ਦੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ, ਆਪਣੀ ਉਪਮਾ ਸੁਣ ਕੇ ਖੁਸ਼ ਹੁੰਦਾ, ਸੰਸਾਰੀ ਮਨੁੱਖ ਹੈ। ਹੁਣ ਭਗਤ ਕਿਸ ਨੂੰ ਆਖੋਗੇ? ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ, ਖੁਸ਼ ਹੁੰਦਾ ਹੈ। ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ, ਦੁਖੀ ਵੀ ਹੁੰਦਾ ਹੈ ਆਪਣੀ ਉਪਮਾ ਸੁਣ ਕੇ। ਸਾਰਾ ਜਗਤ ਰਹੀਮ ਨੂੰ ਦਾਨੀ ਕਹਿੰਦਾ ਸੀ, ਯਾਨੀ ਅੱਜ ਤੱਕ ਅਵਤਾਰੀ ਪੁਰਸ਼ਾਂ ਨੇ ਕਿਹਾ ਨਾ ਦਸਵੰਧ ਕੱਢੋ, ਉਹ ਸਿਰਫ ਦਸਵੰਧ ਆਪਣੇ ਕੋਲ ਰੱਖਦਾ ਸੀ, 9 ਹਿੱਸੇ ਦਾਨ ਕਰ ਦਿੰਦਾ ਸੀ। ਇੰਨਾ ਵੱਡਾ ਦਾਨੀ ਕਵੀ ਰਹੀਮ। ਇਹ ਹੋਮ ਮਿਨਿਸਟਰ ਸੀ ਅਕਬਰ ਕਾਲ ਦੇ ਵਿੱਚ, ਵਜ਼ੀਰ ਖਾਨੇ ਖਾਨਾ ਕਵੀ ਰਹੀਮ, ਬੜਾ ਵਿਦਵਾਨ। ਇਹਦਾ ਗ੍ਰੰਥ ਵੀ ਹੈ ਰਹੀਮ ਦੁਹਾਵਲੀ, ਬਹੁਤ ਵੱਡਾ ਵਿਦਵਾਨ, ਪਠਾਨ ਸੀ ਕਾਬਲੀ। ਅਕਬਰ ਨੇ ਇਸ ਨੂੰ ਹੋਮ ਮਿਨਿਸਟਰ ਬਣਾਇਆ ਹੋਇਆ ਸੀ, ਸਿਆਣਾ ਬੜਾ, ਸੂਝਵਾਨ ਬੜਾ। ਇਹ ਸਿਰਫ 1% ਹੀ, 1 ਹਿੱਸਾ ਆਪਣੇ ਕੋਲ ਖਰਚੇ ਦਾ ਰੱਖਦਾ ਸੀ, 9 ਹਿੱਸੇ ਦਾਨ ਕਰ ਦਿੰਦਾ ਸੀ। ਲੇਕਿਨ ਦਾਨ ਦੇਣ ਲੱਗੇ ਇਹਦਾ ਸਿਰ ਨਹੀਂ ਵਾਹੁੰਦਾ ਸੀ। ਇੱਕ ਦਿਨ ਇੱਕ ਸਾਧੂ ਨੇ ਕਹਿ ਦਿੱਤਾ, ਜਦ ਤੇਰਾ ਹੱਥ ਉੱਪਰ ਆਉਂਦਾ ਹੈ ਤਾਂ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ ਹੈ, ਤੂੰ ਸਿਰ ਨੀਵਾਂ ਕਿਉਂ ਕਰਦਾ ਹੈ? ਦੇਣਾ ਹੈ, ਹੱਥ ਜੋ ਹੈ ਸਿਰ ਨੀਵਾਂ ਕਰ ਲੈਣਾ। ਜਦ ਤੇਰਾ ਹੱਥ ਉੱਪਰ ਹੈ, ਆਪਣਾ ਸਿਰ ਵੀ ਉੱਪਰ ਰੱਖਿਆ ਕਰ। ਰਹੀਮ ਕਹਿੰਦੇ ਨੇ, ਸਾਈਂ ਸਭ ਕੋ ਦੇਤ ਹੈ, ਔਖਤ ਹੈ ਦਿਨ ਰਹਿਨ, ਲੋਗ ਨਾਮ ਮੇਰੋ ਕਹੇ, ਜਾਂ ਤੇ ਨੀਚੇ ਨੈਣ। ਦੇਂਦਾ ਤੇ ਸਭ ਨੂੰ ਰੱਬ ਹੀ ਹੈ, ਦੱਦਾ ਦਾਤਾ ਏਕ ਹੈ। ਦੇਂਦਾ ਸਭ ਨੂੰ ਪ੍ਰਭੂ ਹੈ, ਪਰ ਕਰਾਂ ਕੀ ਲੋਕੀ ਮੈਨੂੰ ਦਾਨੀ ਆਖੀ ਜਾਂਦੇ ਨੇ। ਸ਼ਰਮ ਨਾਲ ਮੇਰਾ ਸਿਰ ਝੁਕ ਜਾਂਦਾ, ਕੀ ਕਰਾਂ? ਸ਼ਰਮ ਨਾਲ ਮੇਰਾ ਸਿਰ ਨੀਵਾਂ ਹੋ ਜਾਂਦਾ ਔਰ ਮੇਰਾ ਮਨ ਬੜਾ ਦੁਖੀ ਹੁੰਦਾ ਹੈ। ਭਗਤ ਦੀ ਪਹਿਚਾਣ ਆਪਣੀ ਉਪਮਾ ਸੁਣ ਕੇ ਦੁਖੀ ਹੁੰਦਾ ਹੈ, ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ। ਧਿਆਨ ਨਾਲ ਸੁਣਨਾ, ਕਬੀਰ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਰੱਜ ਕੇ ਕਰੋ ਮੇਰੀ ਨਿੰਦਾ। ਕਿਉਂ? ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਨਿੰਦਕ ਤੇ ਮਾਂ ਬਾਪ ਦੀ ਤਰ੍ਹਾਂ ਨੇ, ਸਾਵਧਾਨ ਰੱਖ ਲੈਣਾ। ਜਿਹੜੀ ਬੁਰਾਈਆਂ ਦਾ ਮੇਰਾ ਜ਼ਿਕਰ ਕਰਦੇ ਨੇ, ਮੈਂ ਸੁਚੇਤ ਹੋ ਜਾਂਦਾ, ਆਪਣੇ ਆਪ ਨੂੰ ਸਾਵਧਾਨ ਕਰ ਲੈਣਾ। ਕਹਿੰਦਾ ਨਿੰਦਕ ਚਾਹੀਦੇ ਨੇ, ਇਹ ਤੇ ਮਾਂ ਬਾਪ ਦੀ ਤਰ੍ਹਾਂ ਨੇ। ਖੁਸ਼ ਹੈ ਕਬੀਰ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਹਿਰਦੇ ਸੁਧ ਜੋ ਨਿੰਦਾ ਹੋਏ, ਹਮਰੇ ਕਬਰੇ ਨਿੰਦਕ ਹੋਏ। ਬੜਾ ਪਰਉਪਕਾਰ ਕਰਦਾ, ਸਾਡੇ ਮਨ ਨੂੰ ਧੋਂਦਾ ਹੈ, ਬਹੁਤ ਵੱਡੀ ਗੱਲ। ਗੁਜਰਾਤ ਦੇ ਵਿੱਚ ਇੱਕ ਸੰਤ ਹੋਏ ਨੇ ਦਇਆ ਰਾਮ ਕਰਕੇ, ਉਹਨਾਂ ਦਾ ਬਹੁਤ ਵੱਡਾ ਗ੍ਰੰਥ ਹੈ ਦਇਆ ਰਾਮ ਸਤਸਈ ਕਰਕੇ ਉਸ ਨੂੰ ਕਹਿੰਦੇ ਨੇ। ਉਹਦੇ 'ਚ ਮੈਂ 2 ਬੋਲ ਪੜ੍ਹੇ ਉਸ ਮਹਾਂਪੁਰਸ਼ ਦੇ। ਉਹ ਕਹਿੰਦਾ ਹੈ, ਮਾਂ ਨੂੰ ਮਾਤ ਪਿਤਾ ਹੂੰ ਤੇ ਨਿੰਦਕ ਕੋ ਅਤਨੇ ਹੋ। ਮੈਂ ਤੇ ਨਿੰਦਕ ਨੂੰ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਦੇਣਾ। ਕਿਉਂ? ਮਾਂ ਨੂੰ ਮਾਤ ਪਿਤਾ ਹੂੰ ਤੇ ਨਿੰਦਕ ਕੋ ਅਤਨੇ ਹੋ, वो धोए मल मूत्र कर, ये रस ना लख लियो। माँ बाप ने मेरा मल मूत्र साफ कीता सी हत्थां नाल, निंदक ते जबान नाल करदा है। मैं तो माँ बाप नालों भी वड्डा दर्जा देना। दया राम। चलो एक संत दे होर भी बोल मैं थोड़े सामने रख दियां। संसारी अपनी निंदा सुन के बड़ा दुखी होंदा है, अपनी उपमा सुन के बड़ा खुश होंदा है। भगत अपनी उपमा सुन के बड़ा दुखी होता है, अपनी निंदा सुन के ही खुश होता है। बिल्कुल जमीन आसमान का अंतर है, ये भी मैं अर्ज कर देना। ईरानी सूफी संत शेख सादी कहते ने, अज सोहबते दोस्ते रंजम, मैं दोस्तां तो दुखी हाँ, मित्रां तो दुखी हाँ। लोकी ते मित्र बनाते, कदम कदम ते मित्र लभदे ने, वो भी मित्र होवे ते वो भी मित्र होवे, सारे अपने मित्र होवन।
ਕਹਿੰਦਾ ਮੈਂ ਮਿੱਤਰਾਂ ਤੋਂ ਹੀ ਦੁਖੀ ਹਾਂ। ਕਿਉਂ? ਅਜ ਸੋਹਬਤ ਦੋਸਤ ਰੰਜਮ ਕਿ ਇਖਲਾ ਕੇ ਬਦਮ ਹੁਸਮ ਨੁਮਾਇ। ਮੇਰੇ ਔਗੁਣਾਂ ਨੂੰ ਗੁਣ ਕਹਿੰਦੇ ਨੇ, ਮੇਰੇ ਪਾਪਾਂ ਨੂੰ ਪੁੰਨ ਕਹਿੰਦੇ ਨੇ, ਮੇਰੀਆਂ ਗਲਤੀਆਂ ਨੂੰ ਸਹੀ ਕਹਿੰਦੇ ਨੇ। ਮੈਂ ਇਹਨਾਂ ਦੋਸਤਾਂ ਤੋਂ ਦੁਖੀ ਹਾਂ। ਮੇਰੀ ਬਦ ਇਖਲਾਕੀ ਨੂੰ ਹੀ ਇਖਲਾਕ ਆਖਦੇ ਨੇ। ਕੀ ਕਰਾਂ? ਅਜ ਸੋਹਬਤ ਦੋਸਤ ਰੰਜਮ ਕਿ ਇਖਲਾਕ ਬਦਮ ਹੁਸਮ ਨੁਮਾਇਤ ਐਬਮ ਹੁਨਰੋ ਕਮਾਲ ਬੇਨਤ। ਮੇਰੇ ਐਬਾਂ ਨੂੰ ਕਹਿੰਦੇ ਨੇ ਕਮਾਲ ਦੀਆਂ ਖੂਬੀਆਂ ਨੇ, ਔਗੁਣਾਂ ਨੂੰ ਗੁਣ ਆਖੀ ਜਾਂਦੇ ਨੇ। ਐਬਮ ਹੁਨਰੋ ਕਮਾਲ ਬੇਨਤ ਖਾਰਮ ਗੁਲ ਯਾ ਸਮੇ ਨਮਾਇਦ। ਮੇਰੇ ਕੰਡਿਆਂ ਨੂੰ ਚੰਬੇਲੀ ਦਾ ਪੁੱਲ ਕਹਿੰਦੇ, ਯਾਸਮੀਨ ਚੰਬੇਲੀ ਨੂੰ ਕਹਿੰਦੇ। ਮੇਰੇ ਕੰਡਿਆਂ ਨੂੰ ਚੰਬੇਲੀ ਦਾ ਫੁੱਲ ਕਹਿੰਦੇ ਨੇ, ਮੇਰੇ ਔਗੁਣਾਂ ਨੂੰ ਗੁਣ ਕਹਿੰਦੇ ਨੇ, ਮੇਰੀ ਬਦ ਇਖਲਾਕੀ ਨੂੰ ਇਖਲਾਕ ਕਹਿੰਦੇ ਨੇ, ਮੇਰੇ ਪਾਪਾਂ ਨੂੰ ਪੁੰਨ ਕਹਿੰਦੇ ਨੇ। ਕਹਿੰਦਾ ਇਹਨਾਂ ਦੋਸਤਾਂ ਤੋਂ ਮੈਂ ਦੁਖੀ ਹਾਂ। ਕੋ ਦੁਸ਼ਮਨ ਸ਼ੌਕ ਹੈ ਚਸ਼ਮ ਬੇਬਾਕ। ਮੈਂ ਲੱਭਦਾ ਫਿਰਦਾ ਉਸ ਬੇਬਾਕ ਦੁਸ਼ਮਨ ਨੂੰ। ਪਤਾ ਹੈ ਬੇਬਾਕ ਕਿਸ ਨੂੰ ਕਹਿੰਦੇ? ਮੂੰਹ ਫੜ ਜੋ ਆਇਆ ਕਹਿ ਦਿੱਤਾ, ਨਹੀਂ ਪਰਵਾਹ ਕਰਨੀ, ਉਹਨੂੰ ਬੇਬਾਕ ਕਹਿੰਦੇ। ਮੌਕਾ ਮਹਿਲ ਗੱਲ ਨਾ ਕਰਨੀ, ਬਸ ਐਵੇਂ ਮੂੰਹ ਫਟਿਆ ਕਹਿ ਦਿੰਦੇ ਨੇ ਇਹ ਤੇ ਮੂੰਹ ਪਾਟਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਰਮਾਣਤਾ ਮੈਂ ਦੇਖ ਕੇ ਦੰਗ ਰਹਿ ਜਾਣਾ। ਸਾਹਿਬ ਕਹਿੰਦੇ ਨੇ ਬਦਬਖਤ ਹਮ ਚੋਂ ਬਖੀਲ ਗਾਫਲ। ਤਿਲੰਗ ਰਾਗ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਆਪਣੀ ਕੋਈ ਚੰਗੀ ਕਿਸਮਤ ਨਹੀਂ ਹੈ, ਤੇਰੇ ਦੀਦਾਰ ਹੋ ਸਕਣ ਸਾਡੇ ਕੋਈ ਇਸ ਤਰ੍ਹਾਂ ਦੇ ਨਸੀਬ ਨਹੀਂ ਨੇ, ਸਾਡੀ ਕੋਈ ਇਸ ਤਰ੍ਹਾਂ ਦੀ ਕਿਸਮਤ ਨਹੀਂ ਹੈ। ਬਦਬਖਤ ਹਮ ਚੋਂ ਬਖੀਲ ਗਾਫਲ। ਤੇ ਮੈਂ ਚੁਗਲਖੋਰ ਵੀ ਹਾਂ, ਅਗਲੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ। ਗਾਫਲ ਅਚੇਤ ਵੀ ਬੜਾ, ਨਾਦਾਨ ਵੀ ਬੜਾ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਵਾਕ। ਸੱਚ ਨੂੰ ਵੇਖ ਸਕਾਂ ਹੇ ਮੇਰੇ ਮਾਲਕ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ। ਬੇਨਜ਼ਰ ਬੇਬਾਕ ਮੂੰਹ ਫਟਾ, ਮੈਂ ਸੋਚ ਸਮਝ ਕੇ ਕੋਈ ਗੱਲ ਹੀ ਨਹੀਂ ਕਰਦਾ, ਵਾ ਜਿਹੜੀ ਆ ਗਈ ਕਹਿ ਦਿੱਤੀ ਕਹਿ ਦਿੱਤੀ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ। ਨਾਨਕ ਭਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਨਹੀਂ ਤੇਰੇ ਦੀਦਾਰ ਤੇ ਚਲੋ ਨਾ ਸਹੀ, ਨਹੀਂ ਤੇਰਾ ਮਿਲਾਪ ਤੇ ਚਲੋ ਨਾ ਸਹੀ। ਜੋ ਤੇਰੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਕਦਮਾਂ ਦੀ ਖਾਕ ਹੀ ਬਣਾ ਦੇ, ਉਹਨਾਂ ਦੇ ਚਰਨਾਂ ਦੀ ਤੋੜ ਬਣਾ ਦੇ। ਗੁਰੂ ਨਾਨਕ ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ। ਨਾਨਕ ਭਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਖੈਰ ਸਾਦੀ ਕਹਿੰਦੇ ਨੇ ਕੋ ਦੁਸ਼ਮਨ ਸ਼ੌਕ ਹੈ ਚਸ਼ਮ ਬੇਬਾਕ। ਉਹ ਬੇਬਾਕ ਦੁਸ਼ਮਨ ਕਿੱਥੇ ਹੈ? ਮੂੰਹ ਫਟ ਦੁਸ਼ਮਨ ਕਿੱਥੇ ਹੈ? ਕੋ ਦੁਸ਼ਮਨ ਸ਼ੌਕ ਹੈ ਚਸ਼ਮ ਬੇਬਾਕ ਤਾਂ ਐਬੇ ਮਰਾ ਬਮਨ ਨੁਮਾਇਦ। ਜੋ ਮੇਰੇ ਮੂੰਹ ਦੇ ਉੱਤੇ ਮੇਰੇ ਔਗਣਾਂ ਦਾ ਜ਼ਿਕਰ ਕਰੇ, ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ, ਮੇਰੀ ਬਦ ਇਖਲਾਕੀ ਦਾ ਜ਼ਿਕਰ ਕਰੇ, ਮੇਰੀ ਮੂਰਖਤਾ ਦਾ ਜ਼ਿਕਰ ਕਰੇ। ਕਿਉਂ? ਆਪਣੇ ਚਿਹਰੇ ਦੇ ਉੱਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ, ਦੂਜੇ ਦੀ ਦੇਖਦੀਆਂ। ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦਿੰਦੀਆਂ ਕਿਉਂਕਿ ਬਹੁਤ ਨੇੜੇ ਨੇ। ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖਦੀ। ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਪੜ੍ਹ ਸਕਾਂਗਾ, ਅੱਖਰ ਨਹੀਂ ਦਿਖਾਈ ਦੇਣਗੇ। ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ? ਨਹੀਂ। ਆਪਣਾ ਆਪ ਬਹੁਤ ਨੇੜੇ ਹੈ, ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਦੂਜੇ ਦੀ ਦਿਖਾਈ ਦਿੰਦੀ। ਦੂਜਾ ਦੂਰ ਹੈ, ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ। ਆਪਣੀਆਂ ਗਲਤੀਆਂ ਨਹੀਂ ਦਿਖਾਈ ਦਿੰਦੀਆਂ। ਜਿਸ ਮਨੁੱਖ ਨੂੰ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ, ਆਪਣੀਆਂ ਭੁੱਲਾਂ, ਉਹਨੂੰ ਕਹਿੰਦੇ ਨੇ ਅੰਤਰਮੁਖੀ ਹੈ, ਇਹ ਤੇ ਗੁਰਮੁਖ ਹੈ। ਇਹਦਾ ਧਿਆਨ ਆਪਣੇ ਵਿੱਚ ਗਹਿਰਾ ਚਲਾ ਗਿਆ। ਔਰ ਥੋੜਾ ਜਿਹਾ ਵੀ ਧਿਆਨ ਆਪਣੇ ਵਿੱਚ ਗਹਿਰਾ ਜਾਏਗਾ, ਯਕੀਨ ਜਾਣੋ ਪਹਿਲੇ ਗਲਤੀਆਂ ਹੀ ਦਿਖਾਈ ਦੇਣਗੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪਹਿਲੇ ਭੁੱਲਾਂ ਹੀ ਦਿਖਾਈ ਦੇਣਗੇ। ਔਰ ਉਹ ਪਤਾ ਕੀ ਕਹਿ ਦੇਗਾ? ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜੋ ਭਲੋ ਸਭ ਕੋ। ਸਾਰੇ ਹੀ ਚੰਗੇ ਨੇ, ਸਾਰੇ ਹੀ ਚੰਗੇ ਨੇ। ਕਿਉਂ? ਐਸਾ ਮਨੁੱਖ ਸਾਰਿਆਂ ਨੂੰ ਉੱਪਰੋਂ ਉੱਪਰੋਂ ਦੇਖਣ ਲੱਗ ਪੈਂਦਾ ਹੈ। ਉੱਪਰੋਂ ਉੱਪਰੋਂ ਤੇ ਹਰ ਇੱਕ ਚੰਗਾ ਹੈ, ਉੱਪਰੋਂ ਉੱਪਰੋਂ ਤੇ ਹਰ ਇੱਕ ਗਿਆਨੀ ਹੈ, ਦਾਨੀ ਹੈ, ਸ਼ਰੀਫ ਹੈ, ਗੁਰਮੁਖ ਹੈ। ਉੱਪਰੋਂ ਉੱਪਰੋਂ ਤੇ ਸਾਰੇ ਹੀ ਚੰਗੇ ਨੇ। ਐਸਾ ਮਨੁੱਖ ਚੂੰਕਿ ਅੰਤਰਮੁਖੀ ਹੋ ਜਾਂਦਾ ਹੈ, ਸੰਸਾਰ ਨੂੰ ਉੱਪਰੋਂ ਉੱਪਰੋਂ ਦੇਖਦਾ ਹੈ ਤੇ ਸਾਰੇ ਸੰਸਾਰ ਦੇ ਵਿੱਚ ਉਹਨੂੰ ਗੁਣ ਹੀ ਗੁਣ ਦਿਖਾਈ ਦਿੰਦੇ ਨੇ, ਸਾਰੇ ਪਿਆਰੇ ਲੱਗਦੇ ਨੇ ਉਹਨੂੰ। ਆਪਣੇ ਨੂੰ ਗਹਿਰਾ ਦੇਖਦਾ ਹੈ, ਤੂੰ ਗਹਿਰਾਈ ਦੇਖਦਾ ਹੈ ਤਾਂ ਆਪਣੇ 'ਚ ਭੁੱਲਾਂ ਦਿਖਾਈ ਦਿੰਦੀਆਂ, ਗਲਤੀਆਂ ਦਿਖਾਈ ਦਿੰਦੀਆਂ।
ਇਹ ਅੰਤਰਮੁਖੀ ਦੀ ਪਹਿਚਾਣ ਹੈ ਜਦ ਆਪਣੀਆਂ ਹੀ ਗਲਤੀਆਂ ਦਿਖਾਈ ਦੇ। ਆਪ ਸੁਣ ਕੇ ਹੈਰਾਨ ਹੋਵੋਗੇ, ਬਿਦਰ ਵਿਆਸ ਦਾ ਲੜਕਾ ਹੈ, ਪਰ ਇਹ ਨੌਕਰਾਣੀ ਦੇ ਰਾਹੀਂ ਪੈਦਾ ਹੋਇਆ ਹੈ, ਦਾਸੀ ਰਾਹੀਂ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਪਤਨੀ ਛੋੜ ਗਈ ਸੀ ਵਿਆਸ ਨੂੰ। ਕਸੂਰ ਕਰੂਪ ਹੈ ਬਹੁਤ, ਇਸ ਨੂੰ ਵੇਖਣਾ ਔਖਾ ਹੈ। ਐਨਾ ਕਰੂਪ, ਇਤਨਾ ਭੱਦਾ ਮਨੁੱਖ, ਇਤਨੀ ਇਸਦੀ ਸ਼ਕਲ, ਪਤਨੀ ਛੋੜ ਕੇ ਚਲੀ ਗਈ। ਇਹ ਦਾਸੀ ਦੀ ਕੁੱਖ ਤੋਂ ਪੈਦਾ ਹੋਇਆ ਹੈ ਬਿਦਰ। ਇਸ ਵਾਸਤੇ ਬਿਦਰ ਨੂੰ ਸ਼ੂਦਰ ਕਹਿੰਦੇ ਸਨ। ਦਾਸੀ ਦਾ ਲੜਕਾ ਹੈ, ਗੋਲੀ ਦਾ ਲੜਕਾ ਹੈ, ਨੌਕਰਾਣੀ ਦਾ ਲੜਕਾ ਹੈ, ਦਾਸੀ ਸੁਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਪ੍ਰਮਾਣ ਮਿਲਦਾ ਹੈ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਨ ਸੈਨ ਕੋ ਰਾਜ ਦੀਏ। ਪਰ ਇਸ ਬਿਦਰ ਨੂੰ ਕ੍ਰਿਸ਼ਨ ਨੇ ਗੱਲ ਨਾਲ ਲਾਇਆ। ਇੱਕ ਰਿਸ਼ੀ ਦੇ ਘਰ ਰਿਸ਼ੀ ਆਇਆ। ਅਕਸਰ ਐਸਾ ਹੁੰਦਾ ਹੈ। ਕ੍ਰਿਸ਼ਨ ਨੇ ਗਲਵਕੜੀ ਚ ਲਿਆ। ਜਦ ਹਸਤਨਾਪੁਰ ਪਹੁੰਚੇ ਤਾਂ ਨਾਲ ਦੇ ਅਹਿਲਕਾਰ ਸ੍ਰੀ ਕ੍ਰਿਸ਼ਨ ਨੂੰ ਕਹਿੰਦੇ ਨੇ, ਭਗਵਾਨ ਉਤਾਰਾ ਕਿੱਥੇ ਕਰਨਾ ਹੈ? ਅਸੀਂ ਦੁਰਯੋਧਨ ਨੂੰ ਇਤਲਾਹ ਕਰ ਦਿੱਤੀ, ਇੱਕ ਰਾਜੇ ਦੇ ਘਰ ਠਹਿਰਨਾ ਠੀਕ ਹੁੰਦਾ ਹੈ। ਇੱਕ ਰਾਜੇ ਦੇ ਘਰ ਹੀ ਠਹਿਰੇ, ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ, ਦੂਸਰਾ ਨਹੀਂ। ਤੁਹਾਡੇ ਨਾਲ ਲਾਓ ਲਸ਼ਕਰ ਹੈ, ਤੁਸੀਂ ਹੋ। तो दुर्योधन ਨੂੰ ਇਤਲਾਹ ਕਰ ਦਿੱਤੀ ਗਈ ਹੈ। ਆਪ ਦੇ ਰਹਿਣ ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ। ਕ੍ਰਿਸ਼ਨ ਕਹਿਣ ਲਗੇ, ਆਪਾਂ ਬਿਦਰ ਦੇ ਘਰ ਜਾਵਾਂਗੇ। ਇਤਨਾ ਇੰਤਜ਼ਾਮ ਨਹੀਂ ਹੈ ਉੱਥੇ, ਤੁਹਾਡੇ ਨਾਲ ਇਤਨਾ ਲਾਓ ਲਸ਼ਕਰ ਦਾ ਇੰਤਜ਼ਾਮ ਅਸੀਂ ਖੁਦ ਕਰਾਂਗੇ। ਅਸੀਂ ਠਹਿਰਾਂਗੇ ਬਿਦਰ ਦੇ ਘਰ। ਹੈਰਾਨਗੀ ਔਰ ਸਵਾਗਤ ਲਈ ਦੁਰਯੋਧਨ ਖੜਾ ਰਿਹਾ, ਉਡੀਕਦਾ ਰਿਹਾ ਬੂਹੇ ਤੇ, ਮਹਿਲਾਂ ਦੇ ਬੂਹੇ ਤੇ। ਨਹੀਂ ਪਹੁੰਚੇ। ਕਿ ਕੰਨਾਂ ਦੇ ਜਦ ਖਬਰ ਪਹੁੰਚੀ ਤੇ ਬਿਦਰ ਦੇ ਘਰ ਚਲੇ ਗਏ ਤੇ ਫੈਸਲਾ ਕੀਤਾ ਰਾਤ ਵੀ ਉੱਥੇ ਹੀ ਕੱਟਣੀ ਹੈ। तो क्षमा करनी, सवेरे ये बड़ा रुखा बोले दुर्योधन कृष्ण ਨੂੰ। भाई गुरदास ने लिखे, आया सुनिया बिदर दे, बोले दुर्योधन होए रुखा। बहुत रुखा बोलता है। राजा हो के भी ग्वाले दा ग्वाला रहे हैं तो गुजर दा गुजर रहे हैं। साडे नौकर दे घर ठहरे हैं। नौकर है बिदर साडा, साडे राज सभा दे दीवान है, सलाह मशवरा देने वाला सलाहकार रखे सी, मुलाजम है साडा। मुलाजम दे घर राजे हो के। कृष्ण का जो जवाब है वह भगत कबीर ने अपनी बाणी च कलमबंद किया है। गुरु ग्रंथ साहब जी महाराज दे दर्ज है, राजन कौन तुम्हारे आवे, ऐसो भाव बिदर को देखो, ओ गरीब मोए भावे। है राजन तेरे घर कौन आवे, कौन ठहरे तेरे घर? राजन कौन तुम्हारे आवे, ऐसो भाव बिदर को देखो, ओ गरीब मोए भावे। वो गरीब मैनू बहुत चंगा लगता है। परमात्मा की भावना है उसके अंदर। दुर्योधन कहता है, इत्थे असीं इतने पकवान बनाए तुहाडे खाण लई ते तुहाडे मनोरंजन लई नर्तकियां बुलाईयां, राग रंग दी महफिल सज सके, चोटी दे संगीतकार बुलाए। उस गोले दे घर खाण नूं की मिलिया होवेगा? तो कृष्ण ने जो कुछ किया है, कबीर कलम बंद कर देने। खीर समान साग में पाया, गुण गावत रैन बिहाने। तेरे घर राग रंग दे रात बतीत होनी सी, उत्थे असीं सारी रात हरी दा कीर्तन करते रहे मिल के, गुण गावत रैन बिहाने। तेरे घर दी फिजा ऐसी नहीं सी कि मैं सारी रात गीत गा सकां प्रभु दे। तेरे घर दा माहौल ऐसा नहीं सी कि मैं सारी रात बंदगी कर सकां। गुण गावत रैन बिहाने। शायद तेरे 36 प्रकार के पकवानों के भी वो स्वाद ना आउंदा जो अलोने साग विच मैनूं मिलिया, जो बिदर ने बनाया सी, बिदर दी घरवाली ने बनाया। खीर समान साग में पाया, गुण गावत रैन बिहानी। कबीर को ठाकुर आनंद विनोदी, जात न काहूं की वानी। हालांकि अछूत सी, शूदर सी, दासी दा लड़का होने दे नाते, लेकिन हिरदे दे तल ते, ज्ञान दे तल ते उच्ची ऐसी हस्ती कृष्ण दा तालमेल बैठे। दुर्योधन नहीं सुन सकिया, कृष्ण नूं सुन सकिया। 17 दिन समझाते रहे कृष्ण, रब्बी बोल रखते रहे उसके सामने, परमात्मा दे बोल रखते रहे। और कृष्ण बार बार दावा कहते सन, रब्बी सिद्धांत यही है,
ਈਸ਼ਵਰੀ ਸਿਧਾਂਤ ਇਹ ਹੀ ਹੈ ਜੋ ਮੈਂ ਕਹਿ ਰਿਹਾ। ਤੇ ਪਤਾ ਦੁਰਯੋਧਨ ਕੀ ਕਹਿੰਦਾ ਸੀ? ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਿਹਾ। ਮੈਂ 5 ਸੂਈਆਂ ਜਿਤਨੀ ਵੀ ਜਗ੍ਹਾ ਨਹੀਂ ਦੇਣੀ, ਤੁਸੀਂ 5 ਪਿੰਡ ਦੀ ਗੱਲ ਕਰਦੇ ਹੋ। ਤੇ ਕ੍ਰਿਸ਼ਨ ਕਹਿੰਦੇ ਜੋ ਮੈਂ ਕਹਿ ਰਿਹਾ ਇਹ ਈਸ਼ਵਰੀ ਸਿਧਾਂਤ ਹੈ, ਈਸ਼ਵਰੀ ਸਚਾਈ ਹੈ, ਕਬੂਲ ਕਰ ਲੈ। ਤੇ ਦੁਰਯੋਧਨ ਕਹਿ ਰਿਹਾ ਜੋ ਮੈਂ ਕਹਿ ਰਿਹਾ ਇਹ ਮੇਰੇ ਨਾਪੇ ਤੋਲੇ ਵਿਚਾਰ ਨੇ, ਤੁਸੀਂ ਮੰਨ ਲਓ, ਤੁਸੀਂ ਕਬੂਲ ਕਰੋ। ਅਗਰ ਦੁਰਯੋਧਨ ਦੇ ਵਿਚਾਰ ਕ੍ਰਿਸ਼ਨ ਕਬੂਲ ਕਰ ਲੈਣ ਤਾਂ ਮੈਂ 2 ਸ਼ਬਦ ਕਹਿ ਦਿਆਂ, ਕ੍ਰਿਸ਼ਨ ਵੀ ਦੁਰਯੋਧਨ ਵਰਗੇ ਨੇ, ਫਿਰ ਕੁਝ ਵੀ ਨਹੀਂ। ਗੁਰੂ ਸਾਡੇ ਵਿਚਾਰ ਸੁਣ ਲਵੇ ਤੇ ਫਿਰ ਪੂਜਣ ਦੀ ਕੀ ਲੋੜ ਹੈ? ਗੁਰੂ ਨੂੰ ਸੁਣਨਾ ਹੈ, ਸੁਣਾਣਾ ਨਹੀਂ ਹੈ। ਅਗਰ ਗੁਰੂ ਨੂੰ ਕੋਈ ਇੱਕ ਦਫਾ ਸੁਣ ਲਵੇ, ਬਿਨਾਂ ਬੋਲੇ ਗੁਰੂ ਸਾਰੇ ਸੁਣ ਲੈਂਦਾ, ਬਿਨਾਂ ਬੋਲਿਆ ਸਭ ਕੁਝ ਜਾਣਦਾ, ਤੇ ਹਕੀਕਤ ਹੈ। ਔਰ ਕਈ ਦਫਾ ਬਹੁਤਾ ਬੋਲਣਾ ਵੀ ਝੱਕ ਮਾਰ ਨਹੀਂ ਆਉਂਦਾ, ਬਹੁਤਾ ਬੋਲਣ ਝੱਕਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। तो खैर मुख्तसर मैं अर्ज करा, अगर इस हिसाब नाल भी चेहरा करूप है तो वाकई ये मनुख ठीक नहीं होवेगा। तो दुनिया के बेशतर संत महापुरुष उन्होंने धार्मिक दुनिया चो एक पासे करना पेगा। भारत का प्राचीन संत ऋग्वेद व्यास जिन्हें 4 वेद लिखे, 6 शास्त्रां दे चों वेदांत शास्त्र का रचयिता व्यास है। भविष्य पुराण लिखिया, गीता लिखी, महाभारत लिखिया। और पंजाब का वगदा होया दरिया एक इसे ऋषि के नाम से है, व्यास। इसे दे कंढे बैठ के इसने लिखे। उस जमाने का सब तो करूप बंदा, उस जमाने का। अगर इसके चेहरे तो अंदाजा लगाइए तो कुछ भी नहीं, पर ये बोलां नूं सुनिए तो बड़ी गल हैरानगी होंदी है। इस करूप तन दे चों, इस करूप मुंह मथे दे चों इतना स्वप्न निकले, इतनी सुंदरता निकली है, इतना जमाल निकले, इतना कमाल निकले। कहते ने जनक दा गुरु अष्टावकर अपने जमाने का सब तो करूप बंदा। अगर बाहरों ही अंदाजा लाना है तो कह सकते हैं तो कुछ भी नहीं। हाँ, बच्चे अंदाजा ला सकते हैं। कहते अष्टावकर बाहर निकलता सी, बच्चे पत्थर मारते सन उस, बच्चे पागल पागल करके कहते सन। लत्तां टेढ़ियां, बावां टेढ़ियां, गर्दन टेढ़ी, कमर टेढ़ी, हर अंग टेढ़ा, अष्टवक्र 8 थावां तो टेढ़ा। यकीन जानो, मनुख ना अपनी नक राही प्रगट होंदा है, ना अपने अखां राही प्रगट होंदा है, ना अपनी नेत्रां राही प्रगट होंदा है, ना हथ पैरां राही। मनुख दा अंतस्करण प्रगट होंदा है उसदे बोलां तो। बोलत ही पहचाने है साध असाध को थात। इन्हां बोलां दे च दुख है, इन्हां बोलां दे च प्रसन्नता है, इन्हां बोलां दे च मूर्खता है, इन्हां बोलां दे च ज्ञान है, इन्हां बोलां दे च नफरत है, इन्हां बोलां दे च प्रेम है, इस बोल दे च वितकरा है, इस बोल दे च समदृष्टि है। बोल बहुत कुछ दसते हैं, बोलां तो बहुत कुछ पता चलता है। मनुख 99% सहमता में प्राचीन सनातनी ऋषियां नाल के 99% मनुख अपने बोलां राही प्रगट है। अज दे आचार्य कहंदे ने घट तो घट 90% मनुख अपने बोलां राही प्रगट होंदा है। 10% बाकी अंदाजा कोई सियाणे ला सकदे ने, कोई विरले। नेत्र वेख के, इस दे मस्तक दे हाव भाव वेख के, पर यह हर बंदे दी खेड नहीं आउंदी। जिससे हर मनुख साइंटिस्ट नहीं आउंदा ते पदार्थ दे गहरे तल विच नहीं जांदा। हर मनुख कोई संगीतकार भी नहीं है कि सुरां दी गहराई चला जाए। हर मनुख चित्रकार भी नहीं आउंदा कि रंगां दी बारीकी नूं समझ जाए। यकीन जानो, एक दरख्त सानू हरा दिखाई देंदा है, पर एक चित्रकार नूं उसे एक दरख्त दे पता नहीं कितने रंग दिखाई दे रहे हैं। उंज मैनूं नहीं पता चलना सी। एक कवि है, अक्सर दास दे नाल इंडिया दे भ्रमण करदा है, कवि रोशन करके, प्यारा सिंह रोशन। और चित्रकार भी बड़ा गजब दा है। गुरु नानक देव जी महाराज, गुरु गोबिंद सिंह जी दियां और धार्मिक स्थानां दियां बड़ियां सोहणियां सोहणियां तस्वीरां बनाईयां। एक दिन शौकिया तौर पर किधर मेरी तस्वीर बना के लिया। मैं कि तू तो बड़ा बाकमाल आर्टिस्ट है। अलवर के पहाड़ के कोल एक दरख्त उसनूं पसंद आ गया। कहंदा मैं इहदी तस्वीर बनानी है। कि मैं क्या ठीक है बना। कहंदा इत्थों रंग मिल जाणगे। मैं रंग नहीं ले आया अमृतसर तो। मैं रंग तैनूं ले देने।
ਹਰਾ ਰੰਗ ਤੈਨੂੰ ਚਾਹੀਦਾ ਹੋਣਾ ਹੈ। ਕਹਿੰਦਾ ਨਹੀਂ ਗਿਆਨੀ ਜੀ 10-15 ਰੰਗ ਚਾਹੀਦੇ ਨੇ। ਮੈਂ ਤਾਂ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਣੀ ਹੈ ਨਾ, ਤੋਂ ਦਰਖਤ ਦਾ ਚਿੱਤਰ ਬਣਾਉਣਾ ਹੈ। ਕਹਿੰਦਾ ਨਹੀਂ, ਦਰਖਤ ਦੇ ਸੈਂਕੜੇ ਰੰਗ ਨੇ, ਸੈਂਕੜੇ ਰੰਗ ਨੇ। ਮੈਂ ਹੈਰਾਨ ਹੋਇਆ, ਦਰਖਤ ਦੇ ਸੈਂਕੜੇ ਰੰਗ, ਸਾਰੇ ਪੱਤੇ ਹਰੇ ਨੇ, ਸਾਰੇ ਤਾਂ ਹਰਾ ਹੀ ਹੈ। ਕਹਿੰਦਾ ਨਹੀਂ, ਇਹਨਾਂ ਹਰੇ ਪੱਤਿਆਂ ਦੇ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ, ਮੈਨੂੰ ਦੇਣੇ ਪੈਣਗੇ, ਇੱਕ ਰੰਗ ਨਾਲ ਗੱਲ ਨਹੀਂ ਬਣੇਗੀ। ਤੋ ਇੱਕ ਚਿੱਤਰਕਾਰ ਜਿਤਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ, ਆਮ ਮਨੁੱਖ ਨਹੀਂ ਜਾ ਸਕਦਾ। ਆਮ ਮਨੁੱਖ ਨੇ ਤਾਂ ਦਿਸੇਗਾ ਦਰਖਤ ਹਰਾ ਹੈ, ਪਰ ਯਕੀਨ ਜਾਣੋ ਕਿਤੇ ਗਹਿਰਾ ਹਰਾ ਹੈ, ਕਿਧਰੇ ਫਿੱਕਾ ਹਰਾ ਹੈ, ਕਿਧਰੇ ਕੁਝ ਥੋੜਾ ਜਿਹਾ ਜ਼ਰਦੀ ਮਾਇਲ ਹੈ। ਇਹ ਬਹੁਤ ਸਾਰੇ ਰੰਗ ਇੱਕੋ ਹੀ ਦਰਖਤ ਦੇ ਵਿੱਚ ਇੱਕ ਚਿੱਤਰਕਾਰ ਨੂੰ ਦਿਖਾਈ ਦੇ ਸਕਦੇ ਨੇ, ਦੂਸਰੇ ਨੂੰ ਨਹੀਂ। तो जैसे हर मनुख कोई चित्रकार नहीं होंदा, हर मनुख संतराश नहीं होंदा, हर मनुख संगीतकार नहीं होंदा, हर मनुख दार्शनिक नहीं होंदा, हर मनुख साइंटिस्ट नहीं होंदा। हर मनुख का सिर्फ मुंह मत्था वेख के कुछ नहीं अंदाजा ला सकता। अगर अंदाजा लांदा है तो करीबन गलत होंदे ने अक्सर लोगों के, क्योंकि मनुख प्रगट होंदा है अपने बोलां राहीं। प्राचीन ऋषि मुनियां के कथन अनुसार 99% अज दे धार्मिक आचार्य कहते हैं 90% मनुख अपने बोलां राहीं प्रगट होंदा है। ते धन गुरु नानक देव जी महाराज कहते परमात्मा ते शब्द राहीं प्रगट होंदा है, पूरे दा पूरा बोलां राहीं प्रगट होंदा है। जे बोलां राहीं प्रगट होंदा है तो बोल केड़े ने? ठाकर हमरा सद बोलन था, कदी चुप नहीं करता। थोड़ा जिहा मैं अर्ज करदे हां, ईश्वर एक व्यापक शक्ति है, सता है। अगर वो व्यापक है तो फिर उसका वेखना व्यापक है। ये नहीं कि गुरुद्वारे च वेखदा है तो मस्जिद च नहीं देखदा, मस्जिद च देखदा है तो मंदिर च नहीं देखदा, मंदिर च देखदा है तो बाजार च नहीं देखदा, या बाजार च देखदा है तो घर बाहर च नहीं देखदा। व्यापक है, उसका वेखना व्यापक है, उहदी नज़रां दे थल्ले सब कुछ है। पेखत सुनत सदा है संगे। शरीर मेरा सीमित है, थोड़ा सीमित है। तुसी अपने घर तो इत्थे आए हो, तो हुण मैं अर्ज करा, अखां इत्थे काम कर रही ने, या कोई मनुख ये तो नहीं आख सकता मैं इत्थे आ गया, मैं अपनी अखां घर छोड़ के आ गया, अपने कमरे दे च रख के आ गया। मनुख जिथे है उहदी अखां उत्थे ने। अगर ईश्वर व्यापक है तो फिर उसकी अखां व्यापक ने, अगर ईश्वर व्यापक है तो फिर उसका बोल व्यापक है, अगर ईश्वर व्यापक है तो उसकी स्रोत व्यापक है, उसका सुनना भी व्यापक है। ये नहीं कि एक थां ते सुनदा पे, तो फिर जिस थां ते सुनदा पे उत्थे ही है रब, बाकी थावां ते नहीं है। फिर जिथे वो वेखदा पे उत्थे ही है, बाकी थावां ते नहीं है। जैसे मनुख बारे कह सकते हैं, जिथे इसनूं सुनाई दे रहा है बस ये मनुख उत्थे ही है, इस तो इलावा होर किधरे भी नहीं है। जिथे वेखदा पे है बस उत्थे ही है, इस तो इलावा होर किधरे भी नहीं है। ज्ञान इंद्रे मनुख दे कोल बड़े सीमित ने, क्योंकि मनुख आप सीमित है। इहदा कद बुत नापिया जा सकता है, इसकी सारी शक्ति नापी जा सकती है। विचारक तो ऐसा कहते हैं मनुख की विचार शक्ति भी नापिया जा सकता है, सोच शक्ति भी नापिया जा सकता है, कितना क सोच सकता है, कितना क विचार सकता है, ये विचार कित्थे तक जा सकते हैं। आखिर मनुख थकदा है, टुटदा है। एक साइंटिस्ट भी खोज कर करके थकदा है, तो थकावट इस गल का सबूत है और मैं अगे काम नहीं कर सकता, नहीं सोच सकता, इस तो अगे मेरी सोचनी नहीं जाती। ब्रह्मे ने हट कीता कि जो कुछ भी जगत दे च है ईश्वर तो प्रगट होया है, मैं सब कुछ लिखत दे च लेना है, और सब कुछ जगत दा ही रूप नहीं बयानमय करना। जिथों जगत आया है वो भी सारे दा सारा मैं लिखना है, अपनी लेखनी च लेना है, अपने बोलां च लेना है, अपनी लिखत दे च लेना है। कहंदे ने श्रोतियां दी महफिल दे ते सुते सन देवते, देवते तो मुराद ज्ञानियां दी महफिल सी। देवता कहने जिथे ज्ञान दा दीवा जल गया, ये ज्ञानियां च कथा करदा सी, देवतियां च कथा करदा सी। और इसदी एक हट सी, इसदी एक जिद सी, जिथे कोई श्रोता नहीं मैं उत्थे नहीं बोलना। एक दिन शिव जी ने साफ कह दिता सी कि सारे श्रोते ही ते ने आए ने तुहानू सुनन लई। कहना नहीं, कोई भी श्रोता नहीं, सब दी अपनी अपनी कामना, सब दी अपनी अपनी वासना है। हर मनुख अपनी कामना नू सुन रहा है,
ਹਰ ਮਨੁੱਖ ਆਪਣੀ ਵਾਸ਼ਨਾ ਨੂੰ ਸੁਣ ਰਿਹਾ, ਹਰ ਮਨੁੱਖ ਆਪਣੀ ਸਮੱਸਿਆ 'ਚ ਉਲਝਿਆ ਹੋਇਆ ਹੈ। ਮੈਨੂੰ ਸਰੋਤੇ ਚਾਹੀਦੇ ਨੇ, ਔਰ ਸਰੋਤੇ ਤੁਸੀਂ ਦੋ, ਸ਼ਿਵ ਜੀ ਤੇ ਵਿਸ਼ਨੂੰ। ਇੱਕ ਸ਼ਿਵ ਪੁਰਾਣ ਦੀ ਕਥਾ ਹੈ, ਤੁਸੀਂ ਦੋ, ਤੇ ਦੋਹਾਂ ਨੂੰ ਸੁਣਾਉਣਾ ਮੈਂ ਮੁਨਾਸਬ ਨਹੀਂ ਸਮਝਦਾ, ਕਿਉਂਕਿ ਜੋ ਮੈਂ ਸੁਣਾਉਣਾ ਹੈ ਤੁਸੀਂ ਜਾਣਦੇ ਹੋ, ਫਿਜ਼ੂਲ ਵਕਤ ਜ਼ਾਇਆ ਕਰਨਾ। ਜੋ ਕੁਛ ਮੈਂ ਕਹਿਣਾ ਹੈ ਉਹ ਤੁਹਾਡੀ ਲੋੜ ਨਹੀਂ, ਤੇ ਜਿਨ੍ਹਾਂ ਦੀ ਲੋੜ ਹੈ ਉਹ ਲੋੜ ਲੈ ਕੇ ਆਏ ਨਹੀਂ, ਬ੍ਰਹਮੇ ਦੇ ਬੋਲ। ਮੈਂ ਜੋ ਕੁਛ ਬੋਲਣਾ ਹੈ ਐ ਸ਼ਿਵ ਜੀ, ਇਹ ਤੁਹਾਡੀ ਲੋੜ ਨਹੀਂ ਹੈ, ਕਿਉਂਕਿ ਜੋ ਕੁਛ ਮੈਂ ਕਹਿਣਾ ਹੈ ਉਹ ਤੁਹਾਡੇ ਕੋਲ ਹੈ। ਜੋ ਕੁਛ ਮੈਂ ਕਹਿਣਾ ਹੈ ਉਹ ਵਿਸ਼ਨੂੰ ਕੋਲ ਹੈ। ਮੈਂ ਆਨੰਦ ਦੀ ਗੱਲ ਕਰਨੀ ਹੈ, ਪ੍ਰੇਮ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਬੈਰਾਗ ਦੀ ਗੱਲ ਕਰਨੀ ਹੈ, ਤਿਆਗ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਸਬਰ ਦੀ ਗੱਲ ਕਰਨੀ ਹੈ, ਸੰਤੋਖ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਸ਼ੁੱਧ ਹਿਰਦੇ ਦੀ ਗੱਲ ਕਰਨੀ ਹੈ, ਗਿਆਨ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਐਵੇਂ ਮੈਂ ਕੱਪਾਂ ਫਿਜ਼ੂਲ ਵਕਤ ਜ਼ਾਇਆ ਕਰਨਾ। ਸਰੋਤੇ ਕੋਈ ਨਹੀਂ। ਕਹਿੰਦੇ ਸੈਂਕੜਿਆਂ ਦਾ ਇਕੱਠ ਸੀ, ਬ੍ਰਹਮੇ ਨੇ ਜ਼ਿੱਦ ਕੀਤੀ ਨਹੀਂ, ਸਰੋਤੇ ਆਉਣਗੇ, ਸੁਣਾਵਾਂਗਾ। ਉਹ ਗਾਥਾ ਹੈ, ਦੇਵਤਿਆਂ ਦੇ 'ਚ ਕਥਾ ਕਰਦਾ ਸੀ, ਭਾਵ ਗਿਆਨੀਆਂ ਦੇ 'ਚ ਕਥਾ ਕਰਦਾ ਸੀ, ਜੋ ਗਿਆਨ ਨੂੰ ਸੁਣ ਸਕਦੇ ਸਨ, ਪ੍ਰੇਮ ਨੂੰ ਸੁਣ ਸਕਦੇ ਸਨ। ਇਤਨੀ ਤਾਬ ਸੀ ਉਹਨਾਂ ਦੇ 'ਚ, ਇਤਨੀ ਹਿੰਮਤ ਸੀ ਉਹਨਾਂ ਦੇ 'ਚ। ਇਹਨਾਂ ਸਾਰਿਆਂ ਸਰੋਤਿਆਂ 'ਚ ਇੱਕ ਦਿਨ ਬ੍ਰਹਮਾ ਕਹਿੰਦਾ ਹੈ, ਮੈਂ ਉਹ ਕੁਛ ਲਿਖਣਾ ਚਾਹਨਾ ਕਿ ਸਭ ਕੁਛ ਮੇਰੀ ਲੇਖਣੀ 'ਚ ਆ ਜਾਏ। ਮੈਂ ਉਹ ਕੁਛ ਕਹਿਣਾ ਚਾਹਨਾ ਕਿ ਸਭ ਕੁਛ ਮੇਰੇ ਕਹਿਣੇ 'ਚ ਆ ਜਾਏ। ਮੇਰੇ ਕਹਿਣੇ ਤੋਂ ਬਾਹਰ ਕੁਛ ਵੀ ਨਾ ਹੋਵੇ, ਮੇਰੀ ਲੇਖਣੀ ਤੋਂ ਬਾਹਰ ਕੁਛ ਵੀ ਨਾ ਹੋਵੇ। ਵਿਸ਼ਨੂੰ ਨੇ ਕਿਹਾ, ਲੈ ਮੈਂ ਤੈਨੂੰ ਅਸੀਸ ਦੇਣਾ ਕਿ ਤੈਨੂੰ ਸਫਲਤਾ ਮਿਲੇ। ਮੈਂ ਤੈਨੂੰ ਅਸੀਸ ਦੇਣਾ। शिव जी हाथ जोड़ के कहने लगे, ब्रह्मा चलो पता चल जाएगा कि अकल थोड़ी कितनी विस्तार धारण कर सकती है, कितना कुछ थोड़ी अकल दे आ सकता है। ये भांडा कितना क वड्डा है, थोड़ी बुद्धि दा ये भांडा कितना क वड्डा है। ये सब कुछ आ जाएगा, जिस दिन आवेगा मैं उस दिन आशीर्वाद थानू देंगा, अज नहीं। शिव जी जी कहता है, जिस दिन सब कुछ थोड़े अकल दे भांडे विच आ जाएगा मैं उस दिन थानू असीस देंगा। विष्णु कहता, मेरा आशीर्वाद तो अपने काम दे सफल होना है। बुढ़ा हो गया, खोज करदियां बिरध हो गया, अखां जवाब देन लग पईयां, काफ़ी बजुर्ग होया। ते इन्हां अखां च एक दिन देवतियां दे बैठा कथा सुनानी है। ते पता की आखे इसने, अज मैं जबान नाल नहीं बोलना, ते रो पिया। अखां सजल हो गईयां, फिर ज़ारो ज़ार रो पिया। स्रोतियां च विष्णु भी बैठा है, शिव जी भी बैठा है। ते विष्णु कहने ना, अज ते तुसी आखिरी गल करनी सी, अज ते कथा दी समाप्ति सी, अज ते गल मुकम्मल करनी सी। पता है जबान चो की निकलिया, नेति नेति। जो कुछ भी मैं कहा है ये नहीं है, नहीं, ये कुछ भी नहीं है। ये आखिरी बोलने ब्रह्मे दे, इस नाल ही वेद समाप्त होए। नेति नेति। जो कुछ मैं खोजे है ये सब कुछ नहीं है, नहीं है, नहीं। और सब कुछ मेरे अकल दे भांडे च नहीं आ सकता। नेति नेति। धार्मिक जगत दे ये शब्द बड़े प्रचलित हो गए। नेति नहीं है, ये भी नहीं। जो कुछ मैं कहा है ये भी मुकम्मल नहीं, ये भी मुकम्मल नहीं, ये भी मुकम्मल नहीं। मेरे बोल अधूरे, मेरे बोल अधूरे। ते पता है शिव जी ने की आख्या, जिस दिन किसी को ऐसा महसूस होता है मैं अधूरा कुछ भी करा, उसे दिन उसके अंदर पूर्णता प्रगट होती है, उस तो पहले होंदी भी नहीं। उसे दिन बूंद सागर बनती है, उस तो पहले होंदी ही नहीं। और जब सागर हो जाती है तो फिर उसनू कहने की लोड़ भी नहीं पैंदी, मैं सागर हाँ, मैं सागर हाँ, मैं सागर हाँ। तो खैर मुख्तसर मैं अर्ज करा, दुनिया भर दे
ਇਸ ਤਰ੍ਹਾਂ ਦੇ ਦਾਰਸ਼ਨਿਕ, ਚਿੰਤਕ, ਵਿਚਾਰਕ, ਅਵਤਾਰੀ ਪੁਰਸ਼, ਇਹਨਾਂ ਦਾ ਕਹਿਣਾ ਹੈ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਕ੍ਰਿਸ਼ਨ ਕੀ ਨੇ? ਇਹ ਗੀਤਾ ਪੜ੍ਹਨੀ ਪਏਗੀ। ਰਾਮ ਕੀ ਨੇ? ਰਾਮਾਇਣ ਤੋਂ ਪਤਾ ਚਲੇਗਾ। ਉਪਨਿਸ਼ਦਾਂ ਦੇ ਰਿਸ਼ੀ ਕੀ ਨੇ? ਇਹ ਉਪਨਿਸ਼ਦਾਂ ਨੂੰ ਪੜ੍ਹਨ ਤੋਂ ਪਤਾ ਚਲੇਗਾ। ਔਰ ਮੈਂ ਹੈਰਾਨ ਹੋਇਆ, ਕਿਸੇ ਵੀ ਉਪਨਿਸ਼ਦ ਤੇ ਲਿਖਾਰੀ ਦਾ ਨਾਮ ਨਹੀਂ ਹੈ। ਕਾਠੋ ਉਪਨਿਸ਼ਦ, ਮਾਰਕੰਡਾ ਉਪਨਿਸ਼ਦ, ਇਸ ਤਰ੍ਹਾਂ ਦੀਆਂ 8-10 ਉਪਨਿਸ਼ਦਾਂ ਦਾਸ ਨੇ ਦੇਖੀਆਂ। ਮੈਂ ਹੈਰਾਨ, ਇਹ ਆਖਰ ਲਿਖਿਆ ਕਿਸ ਨੇ? ਇਹ ਉਪਨਿਸ਼ਦਾਂ ਕਿਸ ਦੀਆਂ ਨੇ? ਕੁਛ ਵੀ ਨਹੀਂ ਲਿਖਿਆ। 108 ਉਪਨਿਸ਼ਦਾਂ ਨੇ ਤਾਂ ਕਮ ਸੇ ਕਮ 108 ਬੰਦਿਆਂ ਦੇ ਨਾਮ ਹੋਣੇ ਚਾਹੀਦੇ ਨੇ। 108 ਰਿਸ਼ੀਆਂ ਦੇ ਨਾਮ ਹੋਣੇ ਚਾਹੀਦੇ ਨੇ, ਨਹੀਂ ਨੇ। ਆਖਰੀ ਸ਼ਬਦਾਂ ਵਿੱਚ, ਉਪਨਿਸ਼ਦ ਦੀ ਅਖੀਰ ਦੇ ਵਿੱਚ ਕਹਿੰਦੇ ਨੇ ਐਸੇ ਖੋ ਗਏ, ਐਸੇ ਮਿਟ ਗਏ, ਆਪਣਾ ਨਾਮ ਵੀ ਚੇਤੇ ਨਹੀਂ ਰਿਹਾ, ਨਹੀਂ ਖਿਆਲ ਆਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਚਾਹ, ਹੁਣ ਤੇ ਛੁਪ ਜਾਈਏ, ਉਹੀ ਪ੍ਰਗਟ ਹੋਵੇ, ਖਤਮ ਹੋ ਜਾਈਏ। ਭਗਤ ਭੀਖਨ ਜੀ ਕਹਿੰਦੇ ਨੇ ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਤੇ ਚਲੋ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਪ੍ਰਗਟ ਹੋ ਗਿਆ। ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਕਿੱਥੋਂ ਪ੍ਰਗਟ ਹੋਇਆ? ਬੋਲਾਂ ਤੋਂ। ਪਰਮਾਤਮਾ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਠਾਕੁਰ ਹਮਰਾ ਸਦ ਬੋਲੰਦਾ, ਠਾਕੁਰ ਸਦ ਬੋਲ ਰਿਹਾ ਹੈ ਤੇ ਇਹ ਬੋਲ ਜਿਸ ਦੀ ਪਕੜ ਵਿੱਚ ਆ ਜਾਣਾ ਸੀ ਉਸ ਨੂੰ ਕਹਿੰਦੇ ਆ ਬ੍ਰਹਮ ਗਿਆਨੀ ਅਵਤਾਰ। ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ ਕੁਰਾਨ ਖੁਦਾ ਦੇ ਬੋਲ ਨੇ, ਨਾਜ਼ਲ ਹੋਈਆਂ ਨੇ, ਮੇਰੇ ਬੋਲ ਨਹੀਂ ਨੇ। ਇਹਨਾਂ ਦੀ ਪਤਨੀ ਖਦੀਜਾ, ਉਸਨੇ ਹੀ ਕਹਿ ਦਿੱਤਾ ਹਾਂ ਮੈਂ ਐਲਾਨੀਆਂ ਕਹਿ ਸਕਦੀ ਹਾਂ ਤੁਹਾਡੇ ਬੋਲ ਨਹੀਂ ਨੇ, ਕਿਉਂਕਿ ਤੁਸੀਂ ਅਨਪੜ੍ਹ ਹੋ, ਤੁਸੀਂ ਕਵੀ ਨਹੀਂ ਹੋ, ਸ਼ਾਇਰ ਨਹੀਂ ਹੋ, ਤੁਸੀਂ ਅਲਫਾਜ਼ਾਂ ਨੂੰ ਇਸ ਢੰਗ ਦੀ ਤਰਤੀਬ ਨਹੀਂ ਦੇ ਸਕਦੇ ਜਿਹੜੀ ਦਿੱਤੀ ਹੈ ਤੁਸੀਂ। ਔਰ ਪਹਿਲੀ ਦਫਾ ਜੋ ਕੁਝ ਮੈਂ ਸੁਣ ਰਹੀ ਹਾਂ ਕਿ ਮੈਂ ਦਾਅਵੇ ਨਾਲ ਕਹਿੰਦੀ ਹਾਂ ਇਹ ਬੋਲ ਤੁਹਾਡੇ ਨਹੀਂ ਨੇ, ਇਹ ਤੁਸੀਂ ਨਹੀਂ ਬੋਲ ਸਕਦੇ। ਔਰ ਉੱਥੇ ਹੀ ਮੁਹੰਮਦ ਸਾਹਿਬ ਕਹਿੰਦੇ ਨੇ ਮੈਂ ਕਿੱਥੇ ਬੋਲ ਸਕਦਾ, ਖੁਦਾ ਬੋਲ ਰਿਹਾ, ਇਹ ਨਾਜ਼ਲ ਹੋ ਰਿਹਾ ਹੈ, ਖੁਦਾ ਦੇ ਬੋਲ ਨੇ, ਮੇਰੇ ਨਹੀਂ ਨੇ। ਕਹਿੰਦੇ ਨੇ ਇਸਲਾਮੀ ਜਗਤ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਖਦੀਜਾ ਤੋਂ ਆਉਂਦੀ ਹੈ, ਪਹਿਲੀ ਮੁਸਲਮਾਨ ਇਹ, ਇਸ ਤੋਂ ਬਾਅਦ ਇਸਲਾਮ ਫੈਲਿਆ। ਸਿੱਖ ਜਗਤ ਦੇ ਵਿਚਾਰਕ ਵੀ ਐਸਾ ਕਹਿੰਦੇ ਨੇ, ਪਹਿਲਾ ਸਿੱਖ ਬੇਬੇ ਨਾਨਕੀ। ਇਸਤਰੀ ਦੇ ਅੰਦਰ ਭਾਵਨਾ ਬੜੀ ਪ੍ਰਬਲ ਹੁੰਦੀ ਹੈ, ਭਰੋਸਾ ਬਹੁਤ ਛੇਤੀ ਕਰਦੀ ਹੈ, ਸੁਭਾਵਕ। ਪੁਰਸ਼ ਦੇ ਅੰਦਰ ਤਰਕ ਬੜਾ ਪ੍ਰਧਾਨ ਹੁੰਦਾ ਹੈ। ਇੱਕ ਦਫਾ ਪਰਮਾਤਮਾ ਵੀ ਸਾਖਸ਼ਾਤ ਕਿਧਰੇ ਪ੍ਰਗਟ ਹੋਵੇ ਤੇ ਕਿੰਤੂ ਪਰੰਤੂ ਉਸ ਨਾਲ ਵੀ ਕਰੇਗਾ, ਇਸਨੇ ਕਰਨਾ ਹੈ, ਇਸ ਦੀ ਅਕਲ ਐਸੀ ਹੈ। ਮਨੁੱਖ ਤਰਕ ਕਰਦਾ ਹੈ, ਪੁਰਸ਼ ਤਰਕ ਕਰਦਾ ਹੈ। ਭਾਵਨਾ ਦੇ ਪਿੱਛੇ ਤਰਕ ਚਲਦੀ ਹੈ ਇਸਤਰੀ ਦੀ, ਪੁਰਸ਼ ਤਰਕ ਦੇ ਪਿੱਛੇ ਭਾਵਨਾ ਚਲਦੀ, ਪਹਿਲੇ ਤਰਕ, ਪਹਿਲੇ ਖੰਡਨ ਮੰਡਨ। ਜਦ ਦੋਵੇਂ ਬਰਾਬਰ ਹੋਣ, ਤਰਕ ਤੇ ਭਾਵ, ਅਕਲ ਚਾਹੀਦੀ ਉਹਨੂੰ ਸਮਝਣ ਲਈ, ਹਿਰਦਾ ਚਾਹੀਦਾ ਉਸ ਨਾਲ ਜੁੜਨ ਲਈ। ਜਿਸ ਦਿਨ ਸਮਤਲ ਆਉਂਦੇ ਨੇ, ਕਹਿੰਦੇ ਨੇ ਉਸ ਦਿਨ ਹੀ ਅਸਲੀਅਤ ਤੇ ਸਚਾਈ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦੀ ਹੈ। ਉਸ ਦਿਨ ਇਸਤਰੀ ਪੁਰਸ਼ ਦਾ ਭੇਦ ਵੀ ਮਿਟ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਭੇਦ ਮਿਟ ਜਾਂਦਾ ਹੈ ਕਿਉਂਕਿ ਭਾਵ ਤੇ ਗਿਆਨ, ਪ੍ਰੇਮ ਤੇ ਗਿਆਨ ਦੋਵੇਂ ਬਰਾਬਰ ਹੋ ਜਾਂਦੇ ਨੇ, ਸਮਤਲ। ਇਸੇ ਨੂੰ ਕਹਿੰਦੇ ਨੇ ਇਸਤਰੀ ਪੁਰਸ਼ ਇੱਕ ਹੋ ਗਏ। ਔਰ ਜਿਸ ਦਿਨ ਅੰਦਰੂਨੀ ਤੌਰ ਤੇ ਇੱਕ ਹੋ ਗਏ, ਭਾਵ ਤੇ ਗਿਆਨ ਇੱਕ ਹੋ ਗਿਆ, ਬਾਹਰ ਵੀ ਸਭ ਇੱਕ ਦਿਖਾਈ ਦਿੰਦਾ, ਦੋ ਨਹੀਂ ਦਿਖਾਈ ਦਿੰਦੇ। ਅਗਰ ਇਸਤਰੀ ਇਸਤਰੀ ਦਿਖਾਈ ਦੇ ਰਹੀ ਹੈ, ਪੁਰਸ਼ ਪੁਰਸ਼ ਦਿਖਾਈ ਦੇ ਰਿਹਾ ਹੈ, ਤਾਂ ਗੁਰਬਾਣੀ ਵੀ ਕਹਿੰਦੀ ਹੈ, ਧਾਰਮਿਕ ਇਤਿਹਾਸ ਵੀ ਕਹਿੰਦਾ ਹੈ, ਨਾ ਇੱਕ ਨਾਲ ਜੁੜਿਆ, ਨਾ ਇੱਕ ਨੂੰ ਸਮਝਿਆ, ਨਾ ਇੱਕ ਨੂੰ ਇਸਨੇ ਜਾਣਿਆ। ਤੇ ਮੈਂ ਇਤਨੀ ਵੀ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂਲ ਮੰਤਰ ਇੱਕ ਤੋਂ ਆਰੰਭ ਹੁੰਦਾ ਹੈ, ਤੇ ਜਿਸ ਨੂੰ ਇੱਕ ਦਿਖਾਈ ਦਿੰਦਾ ਹੈ ਤਾਂ ਫਿਰ ਇੱਕ ਹੀ ਦਿਖਾਈ ਦੇਣਾ ਚਾਹੀਦਾ ਹੈ। ਮੀਰਾ ਨੱਚਦੀ ਹੋਈ ਦੁਆਰਕਾਧੀਸ਼ ਦੇ ਮੰਦਰ ਦੇ ਚਲੀ ਗਈ। ਇਸ ਮੰਦਰ ਦੇ ਵਿੱਚ ਇਸਤਰੀ ਦੇ ਪ੍ਰਵੇਸ਼ ਦੀ ਮਮਾਨੀਅਤ ਸੀ, ਬਈ ਇਸਤਰੀ ਨਹੀਂ ਜਾ ਸਕਦੀ, ਬੰਦਿਸ਼ ਸੀ। ਹੁਣ ਤੇ ਯਹੂਦੀਆਂ ਦੇ ਮੰਦਰ ਦੇ ਵਿੱਚ ਇਸਤਰੀਆਂ ਨਹੀਂ ਜਾ ਸਕਦੀਆਂ। ਇਸਲਾਮ ਦੇ ਵਿੱਚ ਵੀ ਪੁਰਸ਼ਾਂ ਦੀ ਕਤਾਰ ਦੇ ਵਿੱਚ ਨਮਾਜ਼ ਇਸਤਰੀਆਂ ਨਹੀਂ ਪੜ੍ਹ ਸਕਦੀਆਂ। ਜੈਨ ਧਰਮ ਵੀ ਕਹਿੰਦਾ ਹੈ ਇਸਤਰੀ ਚੋਲੇ ਚ ਮੁਕਤੀ ਵੀ ਨਹੀਂ ਹੈ। ਅਗਰ ਇਸਤਰੀ ਸਾਧਨਾ ਕਰੇ
जप तप करे इनू अगला जन्म पुरुष दा मिलेगा, फिर जप तप करे साधना करे फिर मुक्ति मिलेगी। उंज नहीं, इस चोले च नहीं, इस काया दे च नहीं। इसनों हिंदुस्तान दे बाकी अवतारी पुरुषां ने नहीं मने, धन गुरु नानक देव जी महाराज ने भी नहीं मने। खैर मुख्तसर जो है मैं अर्ज करा, एक मंदिर दे प्रवेश बंद सी, इस्त्री रही, पर जिस ढंग नाल ये गीत गांदी हुई प्रवेश कर रही सी, लोगों की हिम्मत ना पई उन्होंने रोकण दी। एक प्रभाव होंदा है भजन दा, सच्चाई दा, बैराग दा, प्रेम दा एक अपना प्रभाव होंदा है। और कई दफा ये हड़ की तरह होवे तो देखने वाले भी उस हड़ दे बह जाते हैं, किसी को रोकण की हिम्मत नहीं पई भी रोकीए। गीत गांदी अंदर चली गई, पुजारी रे हथ दे थाल सी आरती उतारन लई गिर गया। स्त्री आ गई, एक स्त्री आ गई, अछूत आ गई, शूदर आ गई, मंदिर भ्रष्ट कर देता। मीरा ने दो बोली सिर्फ कहने हैं, पुजारी अजे स्त्री स्त्री दिखाई देंदी है, पुरुष पुरुष दिखाई देंदा है, एक कदों दिखाई दे। ये मीरा दे बोल, अजे भेदभाव है, कदों तक ये आरती उतारदा रहेगा, कदों तक इस कर्म कांड दे फसिया रहेगा। एक नहीं, अजे भी एक दा बोध नहीं, अजे भी एक दी खबर नहीं। तो खैर इसनों विस्तार सहित बयान करने तो पहले मैं इतनी अर्ज कर दिया कि परमात्मा भी 100% अपने बोला राही प्रगट है। केड़े बोल? जो अवतारां दी पकड़ दे चाहे, भरोसा उथे करना पएगा। मोहम्मद कहते ने बोल मेरे नहीं ने, खुदा दे ने नाजल होए ने। गुरु नानक कहते ने बोल मेरे नहीं ने, मैनू बोलना आउंदा ही नहीं, और आपों बोल ना जानदा, और कहा सब हुक्म आओ जी। ये खसम दे बोल ने, जैसे में आवे खसम की बाणी, तैसड़ा करी ज्ञान वे ला लो। ये बोल जिन्हां दी पकड़ दे आ जांदे ने, जो सुन लैंदे ने, बस उसनूं अवतार कहंदे आ। एक 5 साल का बच्चा है और उसके सामने किधरे 2 नौजवान 25-30 साल दे गुफ्तगू कर रहे ने, गलबात कर रहे ने। देखण नूं ते असीं कहांगे बच्चा भी सुन रहा है, पर मैं अर्ज करा नहीं सुन रहा, क्योंकि जिस पद्धर दी गुफ्तगू कर रहे ने, इस बच्चे नूं की पता, ये नहीं सुन रहा, कतई नहीं सुन रहा। इसनूं की पता की आख रहे हैं। कहंदे ने एक बच्चे नूं कुछ भी नहीं पता जवानी की है, एक जवान नूं कुछ भी नहीं पता बुढ़ेपा की है, और एक बुढ़े नूं कुछ भी नहीं पता मौत की है। मर के ही पता चल रहा है मौत की है, इसको पहले सिर्फ गल्लां ही गल्लां ने। बुढ़े होके ही पता चल रहा है कि वास्तविक बिरध अवस्था की है, जवान होके ही पता चल रहा है जवानी की है। इस तो पहले नहीं, ब्रह्म ज्ञानी बन के ही, भगत बन के ही पता चल रहा है भगवान की है, परमात्मा की है, ईश्वर की है। इस तो पहले नहीं पता चल रहा, कुछ भी बोध नहीं होगा, कुछ भी पता नहीं चल रहा। तो एक बच्चा वाकई एक बुजुर्ग नूं सुन रहा होवे, एक जवान नूं सुन रहा होवे, बस देखण मात्र सुन रहा, नहीं सुन रहा, कतई नहीं सुन रहा। जो परमात्मा नूं सुन लवे वो अवतार है, सीधा सुन लवे। ते जो अवतार दे राही परमात्मा दे बोल सुनन दे समर्थ हो जाए, भगत है, ब्रह्मज्ञानी है, संत है। मैं लफ्ज़ फिर दोहरावां, जो सीधा परमात्मा नूं सुन सकदा है। ठाकर हमरा सद बोलंदा, हर वक्त बोलदा पिया, हर थां ते बोलदा पिया, असीं सुन रहे हैं, उसनूं सुन रहे हैं, वो हर वक्त बोल रहे हैं। जो सीधा सुन लैंदा है बस उसे नूं अवतार कहंदे। और जो अवतारां दे राही परमात्मा दे बोल सुनन दे सफल हो जाए, बस उसे नूं गुरसिख कहंदे ने, ब्रह्मज्ञानी कहंदे ने, भगत कहंदे ने, साधु कहंदे ने, संत कहंदे ने। कि किसने गुरु दे राही जाने है ते समझे है ते जुड़े है। गुरु नूं सुनना किधरे सौखी खेड़ ना समझना नहीं, कदी कदाई कोई एक कद सुन लै। बाणी सुनदे असीं गुस्ताखी माफ,
दो जवाना दी वासना भरी गल जो गुफ्तगू दे चल रही है, एक 5 साल का बच्चा सुन रहा है। की सुन रहा है? खाक सुन रहा है? कुछ भी नहीं सुन रहा। 4 बुढ़े बैठे ने, वृद्ध अवस्था दी मजबूरियां दा बखान कर रहे ने, जिक्र कर रहे ने। ये 4 जवान की समझनो की आख रहे हैं, कितों की गल कर रहे हैं, नहीं सुन रहे। अगर कोई बच्चा जवान नु सुनन दे सफल हो जाए, ये बच्चा बच्चा नहीं रहा, ये महान है अकल दे तलते। ये अकल दे तलते ते जवान हो गए, भावें शरीर दे तलते नहीं होया। अगर एक जवान बुढ़े नु सुनन दे सफल हो जाए तो ठीक है, शरीर भावें इसदा बुजुर्ग नहीं होया, यदि अकल ते बुजुर्ग हो गई, महान हो गई है। और एक बुढ़ा मौत दी आवाज सुन लवे, लोग ते मरदे दम तक भी मौत दी आवाज नहीं सुनते। मौत बूहे ते खड़ी है, खटखटा रही है, बोल रही है, तां भी नहीं जो है सुनते उसमें। बल्कि एक आलम दा कहना है संगे मजार पर भी तेरा नाम है रवा, मरकर भी उम्मीद जिंदगानी न गई। कहंदा हद हो गई, तेरी कबर दे उत्ते भी जिंदगी दे बोल, जीवन दे बोल, जन्म दे बोल। मर के भी तेनों मौत नहीं दिखाई दिती। तू कबर ते अपनी वल्दियत लिखी, अपनी जात पात लिखी, अपना नाम दाम लिखे है, तेरे गुण लिखे हुए ने। कबरां दे ते मुसलमान लिखांदे ने, ईसाइयां दी कबरां ते भी मैं देखे। लंदन दे गुरुद्वारा साउथ हाल दे सामने कब्रिस्तान है बहुत बड़ा। ते सवेरे शाम थोड़ी जी मैनू टहलन की आदत है, उत्थे होर कोई जगह है नहीं, मैं कब्रिस्तान ही चला जाना। अंदर सड़क बनी हुई सोहनी जी, 2-3 चक्कर लाए, मील 2 मील हो जाता है। कबरां ही कबरां, ते हर कबर उत्ते कुछ ना कुछ उपमा लिखी हुई है उसकी, जिहड़ा कबर दे च पिया है, उसकी वल्दियत, उसका जन्म, फिर उसकी महिमा। पता नहीं उसदे च गुण कोई सन के नहीं है, उसदे गुण भी लिखे हुए हैं। मैं देखदा एक पिंड दे एक बंदे नूं सारे ही भंडदे ने, पर जिस दिन मर जाए फिर सारे ही उपमा करदे ने। हैरानगी हो जाती, मुर्दे च खूबियां दिखाई देने लग पैंदियां ने, जीवदे जागदे च नहीं। ये आलम कहंदा है संगे मजार पर भी तेरा नाम है रवा, मर कर भी उम्मीद जिंदगानी न गई। मर के भी तो नहीं मरिया, तेरी वल्दियत लिखी है, तेरी जात पात लिखी है, तेरी गोद लिखी है, तेरे गुण लिखे हैं, तेरी सिफतो सलाह लिखी हुई है, तेरा जन्म का ठिकाना लिखे हुआ है। हैरानगी की गल, मर के भी तो नहीं मरिया। पर जे किसी बच्चे को मौत दिखाई दे जाए तो ये बच्चा ब्रह्म ज्ञानी है, ये बच्चा संत है। बच्चे नूं ते जवानी भी नहीं दिखाई दे सकती, ते जवान दे बोल भी नहीं सुन सकता। मौत दे बोल सुन ले इसने, मौत नूं सुन ले, बड़ी वड्डी गल है। कदी कदाई कोई ध्रुव, कोई प्रहलाद, कदी कदाई कोई बाबा बुढ़ा, कदी कदाई कोई धन गुरु गोबिंद सिंह जी महाराज दे मासूम साहिबजादे, ते कदी कदाई वक्त दा एक अवतारी पुरुष धन गुरु हरकृष्ण जी महाराज। कमाल दी गल, उम्र ते कुछ भी नहीं, 5.5 साल दी उम्र। ये अगे दी गल सुनदे ने, अगली किस खबर ना पाई। महाराज कहंदे अगे दी किस नूं समझ, किसी नूं भी नहीं। घर दे कोई मर भी गया ते मौत दी किस नूं समझ है, अगली किस खबर ना पाई, कुछ भी नहीं समझ। मौत दा प्रत्यक्ष सबूत भी सामने मौजूद होवे तां भी मनुख कबूल नहीं करता, ये मरिया मैं थोड़ी मरना है। पर कबीर कहने पड़ोसी के जो हुआ तू अपने भी जा। जो पड़ोसी दे घर होया तेरे घर भी होने वाला और तेरे नाल होने वाला है। पड़ोसी के जो हुआ तू अपने भी जान। पर मौत अगे दिखाई देवे। वैसे तो कुदरत ने अखां ते अगे बनाइया, पिछे नहीं लाइया, अगे देख। और अकल भी इस वास्ते दी अगे दी सोच। लंघ गया पिछला हाथ दे ची नहीं, अगे दी सोच। और अगली किच खबर ना पाई, रोवन हार भी उठ सिधाई। तो मैं फिर अर्ज करा, एक बच्चा जवान नो नहीं सुन सकता। और गुरु अंगद देव जी ने इस संबंध 2 श्लोक लिखे ने बड़े कीमती। नाल इयाणे दोस्ती वड्डा रोस ने हो, पानी अंदर लेक जाओ तिसदा थाव न थे हो। नाल इयाणे, अपने तो छोटे अपने तो वड्डे नाल दोस्ती नहीं हो सकती। हाँ, ममता का संबंध हो सकता है, प्यार का संबंध हो सकता है, मोह का संबंध हो सकता है, दादे ते पोतरे का, प्यो ते पुत्र का, दादी ते पोतरी का। दोस्ती नहीं हो सकती। दोस्ती लिए समतल चाहिए, विचार वटांदरा चाहिए, विचार वटांदरा।
ਰਾਧਾ ਸੁਆਮੀ ਇੱਕ ਤਰਕ ਪੇਸ਼ ਕਰਦੇ ਨੇ ਜਿਸ ਨਾਲ ਅਸੀਂ ਵਿਚਾਰ ਵਟਾਂਦਰਾ ਨਾ ਕਰ ਸਕੀਏ, ਉਸ ਨੂੰ ਗੁਰੂ ਕਿਸ ਤਰ੍ਹਾਂ ਮੰਨ ਲਈਏ। ਉਹ ਤੇ ਹੀ ਚਾਹੀਦੀ ਹੈ ਉਹਨਾਂ ਦੀ ਇੱਕ ਤਰਕ। ਉਹ ਇਸ ਤਰਕ ਨੂੰ ਪੇਸ਼ ਕਰਦੇ ਨੇ। ਪੰਜਾਬ ਦੇ ਵਿੱਚ ਬਹੁਤ ਸਾਰਿਆਂ ਨੂੰ ਉਹਨਾਂ ਨੇ ਹਥਿਆ ਲਿਆ। ਥਾਂ ਥਾਂ ਤੇ ਮੈਨੂੰ ਜਵਾਬ ਦੇਣਾ ਪਿਆ, ਜਿਸ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਏ ਉਹ ਤੇ ਬਰਾਬਰੀ ਦਾ ਹੈ। ਉਹ ਕੋਈ ਵੱਡਾ ਥੋੜੀ, ਉਹ ਤੇ ਕੁਝ ਵੀ ਨਹੀਂ। ਉਹਨੂੰ ਗੁਰੂ ਮੰਨਣ ਦੀ ਕੀ ਲੋੜ ਹੈ? ਉਹਨੂੰ ਮੱਥਾ ਟੇਕਣ ਦੀ ਕੀ ਲੋੜ ਹੈ? ਜਿਸ ਦੇ ਵਿਚਾਰ ਸੁਣ ਕੇ ਅਸੀਂ ਮਹਾਨ ਹੋ ਸਕੀਏ। ਵਿਚਾਰ ਵਟਾਂਦਰਾ ਤੇ ਇਹ ਕਿ ਉਹਦੇ ਵਿਚਾਰ ਮੈਂ ਸੁਣੇ, ਮੇਰੇ ਵਿਚਾਰ ਉਸਨੇ ਸੁਣੇ। ਮੇਰੇ ਵਿਚਾਰਾਂ ਤੋਂ ਉਹ ਪ੍ਰਭਾਵਿਤ ਹੋਵੇ, ਉਹਦੇ ਵਿਚਾਰਾਂ ਤੋਂ ਮੈਂ ਪ੍ਰਭਾਵਿਤ ਹੋਵਾਂ। ਮੇਰੇ ਵਿਚਾਰਾਂ ਨੂੰ ਉਹ ਕਬੂਲ ਕਰੇ, ਉਹਦੇ ਵਿਚਾਰਾਂ ਨੂੰ ਮੈਂ ਕਬੂਲ ਕਰਾਂ। ਵਿਚਾਰ ਵਟਾਂਦਰਾ ਗੁਰੂ ਨਾਲ ਵਿਚਾਰ ਵਟਾਂਦਰਾ ਨਹੀਂ, ਗੁਰੂ ਦੇ ਵਿਚਾਰਾਂ ਨੂੰ ਸੁਣਨਾ, ਵਟਾਂਦਰਾ ਨਹੀਂ ਕਰਨਾ। ਤੂੰ ਆਪਣਾ ਕੁਝ ਵੀ ਨਹੀਂ ਸੁਣਾਣਾ, ਤੂੰ ਸੁਣਨਾ ਹੈ, ਤੂੰ ਸੁਣਨਾ ਹੈ। ਅਗਰ ਜੇ ਤੂੰ ਕਿਧਰੇ ਇੱਕ ਗੱਲ ਗੁਰੂ ਦੀ ਸੁਣ ਲਵੇਂ, ਬਿਨਾਂ ਬੋਲੇ ਤੇਰੀਆਂ ਸਾਰੀਆਂ ਸੁਣ ਲਏਗਾ। ਉਹਦੇ 'ਚ ਇਤਨੀ ਸਮਰੱਥਾ ਹੈ, ਉਸਦੇ 'ਚ ਇਤਨੀ ਮਾਨਤ। ਤੂੰ ਕਿਧਰੇ ਸੁਣ ਤੇ ਲਵੇਂ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਮੂਲ ਗੱਲ ਇੱਕ ਹੀ ਹੁੰਦੀ ਹੈ, ਜੋ ਇੱਕ ਨਾਲ ਜੋੜਦੀ ਹੈ, ਇੱਕ ਦਾ ਪ੍ਰਦਰਸ਼ਿਤ ਕਰਦੀ ਹੈ, ਇੱਕ ਦੀ ਸੂਝ ਦਿੰਦੀ ਹੈ, ਇੱਕ ਦੀ ਸਮਝ ਦਿੰਦੀ ਹੈ, ਔਰ ਇੱਕ ਪ੍ਰਗਟ ਹੋ ਸਕਦਾ ਹੈ ਅਗਰ ਇਹ ਗੁਰੂ ਦੀ ਇੱਕ ਗੱਲ ਸੁਣ ਲਈ ਜਾਏ। ਹਜ਼ਾਰਾਂ ਗੱਲਾਂ ਰੋਜ਼ ਸੁਣਦੇ ਹਾਂ, ਗੁਰੂ ਦੀ ਉਸ ਦਿਨ ਦੀ ਉਡੀਕ ਦੇ ਕਿਧਰੇ ਇੱਕ ਗੱਲ ਸੁਣ ਲਈ। ਬੱਚਾ ਉਸ ਦਿਨ ਜਵਾਨ ਦੀ ਗੱਲ ਸੁਣ ਲੈਂਦਾ ਹੈ, ਜਿਸ ਦਿਨ ਜਵਾਨ ਹੋ ਜਾਂਦਾ ਹੈ। ਸੁਣ ਲਈ ਉਸਨੇ ਗੱਲ, ਜਵਾਨ ਨੇ ਸੁਣ ਲੈ। ਮੈਂ ਲਫ਼ਜ਼ ਫਿਰ ਦੁਹਰਾਦਾ, ਨਾਲ ਹੀ ਆਣੇ ਦੋਸਤੀ ਵੱਡਾ ਔਰ ਸੋਹਣੇ ਹੋ। ਕਬੀਰ ਨੇ ਤੇ ਇੱਥੇ ਤੱਕ ਕਹਿ ਦਿੱਤਾ, ਪਰਮਾਤਮਾ ਨਾਲ ਜੁੜਨ ਵਾਸਤੇ ਪਰਮਾਤਮਾ ਵਰਗਾ ਹੀ ਹੋਣਾ ਪਏ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਜਿਸ ਦਿਨ ਮਨੁੱਖ ਹਰੀ ਵਰਗਾ ਬਣਦਾ ਹੈ, ਕਹਿੰਦੇ ਨਾ ਹਰੀ ਉਸੇ ਦਿਨ ਹੀ ਪ੍ਰਗਟ ਹੁੰਦਾ, ਇਸ ਤੋਂ ਪਹਿਲੇ ਨਹੀਂ। ਅਗਰ ਕਿਸੇ ਦੀ ਜ਼ਿੰਦਗੀ 'ਚ ਹਰੀ ਪ੍ਰਗਟ ਹੋਇਆ ਹੈ ਤੇ ਉਸਨੇ ਹਰੀ ਨੂੰ ਸੁਣ ਸੁਣ ਕੇ ਆਪਣੇ ਆਪ ਨੂੰ ਹਰੀ ਵਰਗਾ ਬਣਾ ਲਿਆ, ਹਰੀ ਪ੍ਰਗਟ ਹੋ ਗਿਆ। ਮੂਲ ਗੱਲ ਤੇ ਜਿਹੜੀ ਹੈ ਉਹ ਇਤਨੀ ਹੈ। ਤਾਂ ਖੈਰ ਮੈਂ ਅਰਜ਼ ਕਰਾਂ, ਜੋ ਸਿੱਧੇ ਬੋਲਾਂ ਨੂੰ ਸੁਣ ਲੈਂਦੇ ਨੇ ਅਵਤਾਰ, ਤੇ ਜੋ ਅਵਤਾਰਾਂ ਦੇ ਬੋਲਾਂ ਨੂੰ ਸੁਣ ਕੇ ਸਮਝਦੇ ਨੇ, ਭਗਤ ਨੇ, ਬ੍ਰਹਮ ਗਿਆਨੀ ਨੇ, ਸੰਤ ਨੇ, ਗੁਰਮੁਖ ਨੇ, ਗੁਰਸਿੱਖ ਨੇ, ਉਹੀ ਮੁਸਲਮਾਨ ਹੈ ਜਿਨੇ ਮੁਹੰਮਦ ਸਾਹਿਬ ਦੇ ਰਾਹੀਂ ਖੁਦਾ ਦੀ ਗੱਲ ਸੁਣ ਲਈ। ਉਹੀ ਹਿੰਦੂ ਹੈ ਜਿਨੇ ਕ੍ਰਿਸ਼ਨ ਦੀ ਗੀਤਾ ਦੇ ਰਾਹੀਂ ਪ੍ਰਭੂ ਨੂੰ ਸੁਣ ਲਿਆ। ਪਤਾ ਨਹੀਂ ਗੀਤਾ ਨੂੰ ਸੁਣਨ ਵਾਲੇ, ਗੀਤਾ ਦਾ ਪਾਠ ਕਰਨ ਵਾਲੇ ਕਿੰਨੇ ਕੁ ਨੇ? ਬੇਸ਼ੁਮਾਰ। ਪਰ ਭਗਤ ਤੇ ਕੋਈ ਇੱਕ ਅਦ ਹੁੰਦਾ। ਦੇਖਣ ਨੂੰ ਤੇ ਗੁਰਬਾਣੀ ਸੁਣਨ ਵਾਲੇ ਕਿਤਨੇ ਨੇ? ਬਹੁਤ ਅਣਗਿਣਤ। ਪਰ ਵਾਕਈ ਕੋਈ ਗੁਰਸਿੱਖ ਹੋ ਗਿਆ ਹੋਵੇ, ਗੁਰਮੁਖ ਹੋ ਗਿਆ ਹੋਵੇ, ਬ੍ਰਹਮ ਗਿਆਨੀ ਹੋ ਗਿਆ ਹੋਵੇ, ਭਗਤ ਹੋ ਗਿਆ ਹੋਵੇ, ਕੋਈ ਇੱਕ। ਔਰ ਜਿਹੜੀ ਗਿਣਤੀ ਸਤਿਗੁਰੂ ਪੇਸ਼ ਕਰਦੇ ਨੇ, ਇਹਦੇ ਨਾਲ ਤੇ ਨਿਰਾਸ਼ਾ ਭਰੀ ਆਉਂਦੀ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਕੋਈ ਕਰੋੜਾਂ 'ਚ ਇੱਕ ਅਧ ਗੁਰਮੁਖ ਪਹਿਚਾਣ ਕਰ ਸਕਦਾ ਹੈ, ਕਰ ਲੈਂਦਾ, ਸਫਲ ਹੋ ਜਾਂਦਾ। ਕਰੋੜਾਂ ਦੇ ਵਿੱਚ ਇੱਕ ਦੋ, ਇਹ ਤੇ ਕੋਈ ਬਹੁਤ ਵੱਡੀ ਗਿਣਤੀ ਨਹੀਂ, ਇਹ ਤੇ ਕੋਈ ਜ਼ਿਆਦਾ ਤਾਦਾਦ ਜੋ ਹੈ ਨਹੀਂ ਹੈ। तो खैर मैं गल जो है लमकावा ना, हर मनुख जितना अपने बोलां राही प्रगट होंदा है और किसी राही नहीं। इसलिए बोलां तो पता चल सकता है तमोगुणी है, रजोगुणी है, सतोगुणी है, जल्दबाज है, सब्र शांति वाला है, क्रोधी है। इसलिए बोल दसते हैं, बोलत ही पहचानिए साध असाध को थाट, अंतर की करनी सबैनिक से मुख की बाट। जे मनुख की पूरी पहचान उसके बोला राही है, मैं फिर अर्ज करा रंग रूप दे राही सब पहचान अधूरी है, कुछ भी नहीं पता चलेगा। और जो पैमाना रंग रूप का रख लेंदे ने वो धोखा खा जाते हैं। उन्होंने अष्टावक्र नूं पत्थर मारे, उन्होंने व्यास की उस जमाने तोहीन की थी। करूप बंदा सब तो करूप। तो खैर मुख्तसर में अर्ज करा, परमात्मा सदा बोल रहे है, ठाकर हमरा सद बोलंता, सदा बोल रहे है। वो जो सदा बोल रहे है, जद कदी ये बोल किसी की पकड़ विच आ जाते हैं तो जगत नूं सुणांदा है, बस वही पुरुष अवतार ने, गुरु ने, पैगंबर ने सीधे सुन लिया, परमात्मा नूं सीधा ही सुन लिया। ते जो गुरु पैगंबरां दे राही, अवतारां दे राही सुन के निरंकार नाल जुड़दे ने, भगत ने, संत ने, ब्रह्म ज्ञानी ने। अवतार ते ब्रह्म ज्ञानी च बस इतना ही अंतर है, जुड़दे हो भी परमात्मा नाल।
ਈਸ਼ਵਰ ਨਾਲ ਹੈ। ਆਨੰਦ ਉਹਨਾਂ ਕੋਲ ਵੀ ਉਹੀ ਹੋ ਜਾਂਦਾ ਹੈ, ਪਰ ਉਹਨਾਂ ਦੇ ਵਿਚੋਲੇ ਅਵਤਾਰ ਨੇ, ਵਿਚੋਲੇ ਗੁਰੂ ਨੇ। ਉਹਨਾਂ ਦੇ ਰਾਹੀਂ ਉਹ ਪ੍ਰਭੂ ਨਾਲ ਜੁੜ ਗਏ, ਆਪਣੇ ਆਪ ਨੂੰ ਪ੍ਰਭੂ ਵਰਗਾ ਬਣਾ ਸਕੇ। तो गुरु नानक दे कंठ तो मंत्र निकले, मंत्र बोल, गुरु मंत्र, गुरु दे बोल, और ओ बोल जो खसम दे बोल ने, प्रभु दे बोल ने। ते जिहड़ा पहला बोल निकले है ਉਹਨੂੰ ਸਿੱਖ ਜਗਤ ਦੇ ਵਿੱਚ ਕਹਿੰਦੇ ਨੇ ਮੂਲ ਮੰਤਰ, ਬੁਨਿਆਦੀ ਮੰਤਰ, ਪਹਿਲਾ ਮੰਤਰ। ਇਸ ਮੂਲ ਮੰਤਰ ਦੀ ਵਿਆਖਿਆ ਮੈਂ ਕੱਲ ਤੋਂ ਤੁਹਾਡੇ ਸਾਹਮਣੇ ਲੜੀਵਾਰ ਆਰੰਭ ਕਰਾਂਗਾ। ਲੇਟ ਤੁਹਾਨੂੰ ਨਹੀਂ ਕਰਨਾ, ਤੁਸੀਂ ਦੂਰ ਦੂਰ ਤੋਂ ਆਉਂਦੇ ਹੋ ਤੇ ਫਿਰ ਵਾਪਸ ਜਾਣਾ ਹੁੰਦਾ ਹੈ, ਲੰਗਰ ਵੀ ਜੋ ਹੈ ਛਕਣਾ ਹੁੰਦਾ ਹੈ, ਆਪਣੇ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ। तो मैं लेट ना करा अपनों। मूल मंत्र, मूल विचार, पहली गल जो गुरु नानक ने सुनी, जो गुरु नानक की पकड़ विच आई, और उसनू बार बार गुरु ग्रंथ साहब दे दर्ज करना पिया। बार बार जिथे नवा राग शुरू होवे, नवा शब्द शुरू होवे, कोई नवी गल शुरू होवे, ये मूल मंत्र मौजूद है। ये जो सब तो पहले पकड़ विच आया है गुरु नानक दे, इनू कहंदे ने सिख जगत विच मूल मंत्र, बुनियादी मंत्र, बुनियादी बोल जो गुरु नानक की पकड़ विच आया। तो मैं फिर अर्ज करा, बोल सारे ही परमात्मा दे, ईश्वर दे, तुच्छ बुद्धि अनुसार इन्हां दी व्याख्या आप जी दे सामने कल तो रखण दी एक निमाणी कोशिश करांगे। लड़ीवार 2 हफ्ते मैं तुहाडे चरण परसोए ने। उम्मीद है आप समा कढ के, क्योंकि समय दा दान कीते बिना गल बनदी नहीं। सब तो वड्डा दान अज दे युग च, खास करके इन्हां देशां च, ते समय दा दान सब तो वड्डा दान है, वक्त दा दान। मैं देखे बहुत सारे धन कढ़ सकते हैं, समा नहीं कढ़ सकते। बहुत सारे अन्न पानी कढ़ सकते हैं, समा नहीं कढ़ सकते। भेज दिता राशन पानी लंगर ले। कई अखंड पाठ रखा सकते हैं, दान दे सकते हैं, समा नहीं कढ़ सकते। मुख वाक सुनने लई भी फोन ते पुछते हैं, वाक की आया सी जी, रख दिता अखंड पाठ के नहीं। तो समा दान किए बिना तो गल नहीं बने। वक्त दान करना, तो थोड़ा जिहा अब वक्त दान करना, थोड़ा समा बहुता नहीं लिया करा। घंटा कम से कम 24 घंटिਆਂ 'ਚ 1 घंटा भी गुरु ਨੂੰ ना दे सकीए, फिर तो समय के प्रति असी बहुत शौम इंज कहना पड़ेगा, बहुत वड्डे शौम। तो आपने समाधान करना है ताकि दास तुच्छ बुद्धि अनुसार आपको गुरु के मंत्र सरवण करा सके। बुल चुक दी क्षमा। रवि रूह ते आप सब संगता दा हार्दिक स्वागत। वाहिगुरु कृपा करें, वाहिगुरु जी का खालसा, वाहिगुरु जी की फतेह।